ਤੇ ਉਹ ਇਹ ਕਹਿੰਦੀਆਂ ਨੇ ਕਿ ਸੈਂਟਰ ਇਹ ਕਹਿ ਰਿਹਾ ਕਿ ਤੁਸੀਂ ਸਾਡੇ ਨਾਲ ਮੀਟਿੰਗ ਕਰੋ, ਅਸੀਂ ਤੁਹਾਨੂੰ ਸਮਝਾਵਾਂਗੇ ਕਿ ਬਿੱਲ ਦੇ ਫਾਇਦੇ ਕੀ ਆ। ਉਹ ਇਸ ਗੱਲ ਤੇ ਨਹੀਂ ਆ ਰਹੇ, ਉਹ ਅਜੇ ਵੀ ਕਹਿ ਰਹੇ ਕਿ ਤੁਹਾਡਾ ਜਿਹੜਾ ਵਿਰੋਧ ਆ ਤੁਸੀਂ ਇਹਦੀ ਸਮਝੋ, ਥੋੜੀ ਜਿਹੀ ਟੈਕਨੀਕ ਸਮਝੋ ਕਿ ਤੁਸੀਂ ਵਿਰੋਧ ਗਲਤ ਕਰ ਰਹੇ ਆ, ਅਸੀਂ ਤੁਹਾਨੂੰ ਸਮਝਾਵਾਂਗੇ ਇਹਦੇ ਫਾਇਦੇ ਕੀ ਆ। ਉਹਨਾਂ ਨੇ ਕਿਹਾ ਕਿ ਜਿਹੜੇ ਇਹ ਸਾਰਾ ਸੰਘਰਸ਼ ਹੈ ਹੁੱਲੜਬਾਜੀ ਇੱਕ ਤਰ੍ਹਾਂ ਦਾ ਉਹਨਾਂ ਨੇ ਇਹ ਵਰਡ ਯੂਜ਼ ਕੀਤਾ। ਜਿਹੜਾ ਉਹ ਹੁੱਲੜਬਾਜੀ ਵਾਲਾ ਵਰਡ ਹੈ ਨਾ, ਉਹਨੂੰ ਤੁਸੀਂ ਇੰਨਾ ਜ਼ਿਆਦਾ ਨਾਰਮਲ ਨਹੀਂ ਲੈ ਸਕਦੇ, ਕਿਉਂਕਿ ਆਉਣ ਵਾਲੇ ਦਿਨਾਂ 'ਚ ਕੋਈ ਇਦਾਂ ਦਾ ਘਟਨਾਕ੍ਰਮ ਵਾਪਰ ਸਕਦਾ ਹੈ ਜਿਸ ਦੇ ਨਾਲ ਇਸ ਸੰਘਰਸ਼ ਨੂੰ ਵੱਡੀ ਢਾਹ ਲੱਗੇ। ਕਿਸਾਨ ਕਹਿ ਰਹੇ ਨੇ ਐਮਐਸਪੀ ਜਿਹੜੀ ਹੈ ਉਹ ਉਸੇ ਤਰ੍ਹਾਂ ਰੱਖ ਦਿਓ ਜੀ, ਤੇ ਦੀਪ ਸਿੱਧੂ ਕਹਿ ਰਹੇ ਵੀ ਮਸਲਾ ਕੱਲਾ ਐਮਐਸਪੀ ਦਾ ਨਹੀਂ ਹੈ। ਤੁਸੀਂ ਕੀ ਸੋਚਦੇ ਹੋ, ਇਹ ਮਸਲਾ ਐਮਐਸਪੀ ਦਾ ਹੀ ਹੈ ਸਿਰਫ? ਕਿਸਾਨ ਖੁਦਕੁਸ਼ੀਆਂ ਕਰਦੇ ਸੀ, ਇਹ ਸਾਰਾ ਕੁਝ ਐਮਐਸਪੀ ਦੇ ਹੁੰਦੇ ਹੋਏ ਵੀ ਹੋ ਰਿਹਾ ਸੀਗਾ ਕਿ ਜੇ ਉਦੋਂ ਸੰਤ ਜਰਨੈਲ ਸਿੰਘ ਦਾ ਸਾਥ ਦਿੱਤਾ ਹੁੰਦਾ ਕਿਸਾਨਾਂ ਨੇ ਤੇ ਅੱਜ ਇਹ ਨਹੀਂ ਸੀ ਆਉਣਾ। ਕਿਸਾਨ ਸੰਘਰਸ਼ ਦੀ ਗੱਲ ਕਰੀਏ, ਹੁਣ ਜਿਹੜਾ ਮਸਲਾ ਹੈ ਭਖਿਆ ਹੋਇਆ ਜੀ, ਅਪਡੇਟ ਦੱਸੀਏ ਪਹਿਲਾਂ ਆਪਾਂ ਕੀ ਹੈਗੀ ਇਸ ਵੇਲੇ ਤੱਕ ਦੀ ਅਪਡੇਟ ਇਹਦੇ ਵਿੱਚ ਜਿਹੜਾ ਸੀ ਨਾ, ਇੱਕ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿਸਾਨਾਂ ਵੱਲੋਂ ਕਿ ਜਲਦੀ ਤੋਂ ਜਲਦੀ ਸੈਸ਼ਨ ਬੁਲਾਇਆ ਜਾਵੇ ਔਰ ਉਸ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਰੱਦ ਕੀਤੀਆਂ ਜਾਣ। ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਮਨਾ ਕਰ ਦਿੱਤਾ। ਉਹ ਕਹਿੰਦੇ ਕਿ ਅਸੀਂ ਕਿਸੇ ਪ੍ਰੈਸ਼ਰ ਥੱਲੇ ਆ ਕੇ ਇਦਾਂ ਸੈਸ਼ਨ ਨਹੀਂ ਬੁਲਾਵਾਂਗੇ। ਔਰ ਦੂਸਰੇ ਬੰਨੇ ਜਿਹੜੀ ਸਰਕਾਰ ਵੱਲੋਂ ਮੰਗ ਕੀਤੀ ਗਈ ਸੀ ਕਿ ਸਾਡਾ ਜਿਹੜਾ ਹੈਗਾ ਕੋਲਾ ਪਾਣੀ ਮੁੱਕਿਆ ਪਿਆ ਹੈਗਾ, ਵੀ ਜੇ ਤੁਸੀਂ ਮਾਲ ਗੱਡੀਆਂ ਨੂੰ ਜਿਹੜਾ ਲੰਘਣ ਦਿਓ, ਕਿਉਂਕਿ ਰੇਲਾਂ ਵਗੈਰਾ ਪੰਜਾਬ ਦੇ ਵਿੱਚ ਰੋਕੀਆਂ ਹੋਈਆਂ ਨੇ, ਤੇ ਉਹਨੂੰ ਜਿਹੜਾ ਹੈਗਾ ਤੁਸੀਂ ਥੋੜੀ ਛੂਟ ਦਿੱਤੀ ਜਾਵੇ। ਪਹਿਲਾਂ ਕੁਝ ਕਿਸਾਨ ਜਥੇਬੰਦੀਆਂ ਇਸ ਤੇ ਐਗਰੀ ਨਹੀਂ ਹੋਈਆਂ, ਫਿਰ ਉਹਨਾਂ ਨੂੰ ਲੱਗਿਆ ਕਿ ਇਹਦੇ ਨਾਲ ਪੰਜਾਬ ਦਾ ਜ਼ਿਆਦਾ ਨੁਕਸਾਨ ਹੋਵੇਗਾ, ਤੇ ਹੁਣ ਹੈਗਾ ਕਿ ਖਾਦਾਂ ਤੇ ਕੋਲੇ ਨੂੰ ਲੈ ਕੇ ਜਿਹੜੀਆਂ ਗੱਡੀਆਂ ਜਾਣਗੀਆਂ ਉਹ ਕਿਸਾਨਾਂ ਨੇ ਕਿਹਾ ਕਿ ਅਸੀਂ ਲੰਘਣ ਦੇਣੇ, ਉਹਨਾਂ ਦੇ ਜਿਹੜੀ ਉਹਨਾਂ ਨੇ ਥੋੜੀ ਛੋਟ ਦਿੱਤੀ ਹੈਗੀ ਆ। ਹਾਲ ਦੀ ਘੜੀ ਇਹ ਸਿਚੁਏਸ਼ਨ ਆ। ਫਿਰ ਦੂਸਰੇ ਬੰਨੋਂ ਜਿਹੜੀ ਹੈਗੀ ਸੈਂਟਰ ਵੱਲੋਂ ਵੀ ਜਿਹੜੀ ਗੱਲਬਾਤ ਦੀਆਂ ਜਿਹੜੀਆਂ ਕੋਸ਼ਿਸ਼ਾਂ ਸਾਹਮਣੇ ਆ ਰਹੀਆਂ ਨੇ ਕਿ ਉਹਦੇ 'ਚ, ਪਰ ਜੋ ਕਿਸਾਨ ਜਥੇਬੰਦੀਆਂ ਨਾਲ ਜਦੋਂ ਗੱਲਬਾਤ ਹੁੰਦੀ ਹੈ ਨਾ, ਤੇ ਉਹ ਇਹ ਕਹਿੰਦੀਆਂ ਨੇ ਕਿ ਸੈਂਟਰ ਇਹ ਕਹਿ ਰਿਹਾ ਕਿ ਤੁਸੀਂ ਸਾਡੇ ਨਾਲ ਮੀਟਿੰਗ ਕਰੋ, ਅਸੀਂ ਤੁਹਾਨੂੰ ਸਮਝਾਵਾਂਗੇ ਕਿ ਬਿੱਲ ਦੇ ਫਾਇਦੇ ਕੀ ਆ। ਬੀਬਾ ਹਰਸਿਮਰਤ ਕੌਰ ਬਾਦਲ ਵਾਲਾ ਫਿਰ ਉਹੀ ਸਵਾਲ ਆ ਗਿਆ ਕਿ ਅਸੀਂ ਤੁਹਾਨੂੰ ਸਮਝਾਵਾਂਗੇ ਕਿ ਬਿੱਲ ਦੇ ਫਾਇਦੇ ਕੀ ਆ। ਉਹ ਇਸ ਗੱਲ ਤੇ ਨਹੀਂ ਆ ਰਹੇ, ਉਹ ਅਜੇ ਵੀ ਕਹਿ ਰਹੇ ਕਿ ਤੁਹਾਡਾ ਜਿਹੜਾ ਵਿਰੋਧ ਆ ਤੁਸੀਂ ਇਹਦੀ ਸਮਝੋ, ਥੋੜੀ ਜਿਹੀ ਟੈਕਨੀਕ ਸਮਝੋ ਕਿ ਤੁਸੀਂ ਵਿਰੋਧ ਗਲਤ ਕਰ ਰਹੇ ਆ, ਅਸੀਂ ਤੁਹਾਨੂੰ ਸਮਝਾਵਾਂਗੇ ਇਹਦੇ ਫਾਇਦੇ ਕੀ ਆ। ਤੇ ਉਹ ਕਿਸਾਨ ਜਥੇਬੰਦੀਆਂ ਨੇ ਹਾਲ ਦੀ ਘੜੀ ਜਿਹੜੀ ਆ ਉਹ ਕਹਿਤਾ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਡਿਸਕਸ਼ਨ ਜਿਹੜੀ ਨਹੀਂ ਕਰਨੀ ਹੈਗੀ, ਵੀ ਇਹ ਬਿੱਲ ਨੂੰ ਜਿਹੜਾ ਹੈਗਾ ਤੁਸੀਂ ਰੱਦ ਕਰੋ। ਜੋ ਵੀ ਹੈਗਾ ਉਸ ਨੂੰ ਲੈ ਕੇ ਜਿਹੜੀ ਉਹਨਾਂ ਦਾ ਮੇਨ ਉੱਤੇ ਸੰਘਰਸ਼ ਜਿਹੜਾ ਚੱਲ ਰਿਹਾ। ਯੂਨੀਅਨ ਮਿਨਿਸਟਰ ਵੀ ਪੰਜਾਬ ਹੋ ਕੇ ਗਿਆ, ਉਹ ਵਾਪਸ ਜਾ ਕੇ ਵੀ ਆਪਣੀ ਉਹਨਾਂ ਨੇ ਐਕਟੀਵਿਟੀਜ਼ ਕੀਤੀਆਂ ਨੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ, ਜਿਹੜਾ ਆਪਣਾ ਹਰਦੀਪ ਸਿੰਘ ਪੁਰੀ ਹੁਣੀ ਹੈਗੇ ਆ, ਉਹ ਪੰਜਾਬ ਆਏ ਸੀ, ਉਹਨਾਂ ਨੇ ਵੀ ਦੇਖੋ ਨਾ ਹੁਣ ਸਿੱਖ ਚਿਹਰਾ ਭੇਜਿਆ। ਬਿਲਕੁਲ, ਪਰ ਜਿਹੜਾ ਉਹਨਾਂ ਦੀ ਜਦੋਂ ਆਪਾਂ ਦੇਖਿਆ ਨਾ, ਉਹਨਾਂ ਦੀ ਆਪਾਂ ਸਟੇਟਮੈਂਟ ਪੜ੍ਹਦੇ ਹਾਂ, ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਸਾਰੇ ਸੰਘਰਸ਼ ਹੋ ਰਹੇ, ਇੱਕ ਤਾਂ ਉਹੀ ਜੋ ਬੀਜੇਪੀ ਦਾ ਪੁਰਾਣਾ ਰਾਗ ਸੀਗਾ ਜੀ, ਤੁਹਾਨੂੰ ਬਿੱਲ ਸਮਝ ਨਹੀਂ ਆਏ ਜਾਂ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ। ਉਹਨਾਂ ਦੀਆਂ ਦੋ ਗੱਲਾਂ ਆਪਾਂ ਨੂੰ ਦੇਖਣੇ ਪਵੇਂਗੀਆਂ। ਇੱਕ, ਉਹਨਾਂ ਨੇ ਕਿਹਾ ਕਿ ਹੁੱਲੜਬਾਜੀ ਵਰਡ ਯੂਜ਼ ਕੀਤਾ ਉਹਨਾਂ ਨੇ। ਉਹਨਾਂ ਨੇ ਕਿਹਾ ਕਿ ਜਿਹੜੇ ਸਾਰਾ ਸੰਘਰਸ਼ ਹੈ ਹੁੱਲੜਬਾਜੀ ਇੱਕ ਤਰ੍ਹਾਂ ਦਾ ਉਹਨਾਂ ਨੇ ਇਹ ਵਰਡ ਯੂਜ਼ ਕੀਤਾ। ਦੂਜਾ, ਉਹਨਾਂ ਨੇ ਕਿਹਾ ਕਿ ਸਰਕਾਰ ਇਹਨਾਂ ਨੂੰ ਜਿਹੜੀ ਮਿਸ ਇਨਫੋਰਮੇਸ਼ਨ ਦੇ ਰਹੀ ਹੈ, ਕਿ ਇਹਨਾਂ ਨੂੰ ਗਲਤ ਇਨਫੋਰਮੇਸ਼ਨ ਦੇ ਕੇ ਭੜਕਾਇਆ ਜਾ ਰਿਹਾ। ਠੀਕ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਤੇ ਵੀ ਅਟੈਕ ਕੀਤਾ। ਉਹਨਾਂ ਨੇ ਕਿਹਾ ਕਿ 6 ਸਤੰਬਰ ਨੂੰ ਅਕਾਲੀ ਦਲ ਜਿਹੜਾ ਹੈਗਾ ਇਹਦੇ ਹੱਕ ਚ ਆਉਂਦਾ ਹੈ, ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਅਕਾਲੀ ਦਲ ਇੱਥੇ ਯੂ ਟਰਨ ਮਾਰ ਦਿੰਦਾ, ਕਿਉਂਕਿ ਉਹਨਾਂ ਨੂੰ ਆਪਣੀ ਜਿਹੜੀ ਗਰਾਊਂਡ ਹੈ ਉਹ ਵੀਕ ਹੁੰਦੀ ਦਿਖਦੀ ਹੈਗੀ, ਪੈਰਾਂ ਹੱਥੋਂ ਜ਼ਮੀਨ ਜਿਹੜੀ ਕਹਿ ਲਈਏ ਵੀ ਉਹ ਨਿਕਲਦੀ ਹੋਈ ਦਿਖਦੀ ਸੀਗੀ। ਪਰ ਇਸ ਦੇ ਵਿੱਚ ਹੁੱਲੜਬਾਜ਼ੀ ਯੂਜ਼ ਕਰਨਾ ਜਾਂ ਕਿਸਾਨਾਂ ਨੂੰ, ਮਤਲਬ ਉਹ ਖੁੱਲ੍ਹੇਆਮ ਜਿਹੜਾ ਹੈਗਾ ਕਿਸਾਨਾਂ ਦੇ ਵਿੱਚ ਆਪਾਂ ਵੀ ਦੇਖਿਆ ਕਿ ਇਦਾਂ ਦਾ ਮੌਕਾ ਨਹੀਂ ਮਿਲਿਆ ਕਿ ਉਹ ਖੁੱਲ੍ਹੇਆਮ ਕਿਸਾਨਾਂ ਨੂੰ ਜਾ ਕੇ ਮਿਲੇ ਹੋਣ ਜਾਂ ਇਸ ਤਰ੍ਹਾਂ ਦਾ ਕੁਝ ਹੋਇਆ ਹੋਵੇ। ਪਰ ਫਿਰ ਵੀ ਜਿਹੜਾ ਉਹਨਾਂ ਨੇ ਮੁਆਇਨਾ ਕਰਨ ਦੇ ਲਈ ਭੇਜਿਆ ਹੈ ਕਿ ਤੁਸੀਂ ਜਾ ਕੇ ਗਰਾਊਂਡ ਚੈੱਕ ਕਰੋ ਕਿੱਦਾਂ ਦੀ ਸਿਚੁਏਸ਼ਨ ਹੈ। ਔਰ ਬਾਕੀ ਆਪਾਂ ਵੀ ਦੇਖਿਆ ਹੈਗਾ ਕਿ ਬੀਜੇਪੀ ਦੇ ਜਿਹੜੇ ਕੁਝ ਲੀਡਰਸ ਨੇ, ਉਹਨਾਂ ਦੇ ਘਰਾਂ ਦੇ ਬਾਹਰ ਵੀ ਜਿਹੜੇ ਧਰਨੇ ਵਗੈਰਾ ਜਾਂ ਉਹ ਵੀ ਹੋਇਆ, ਜਾਂ ਇੱਕ ਦੋ ਹੋਰ ਵੀ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ। ਤੇ ਕਿਸਾਨ ਮਤਲਬ ਇਸ ਬੰਨੇ ਨੂੰ ਲੈ ਕੇ ਤੇ ਥੋੜਾ ਸਤਰਕ ਹੈਗੇ ਆ। ਤੇ ਵਿੱਚੋਂ ਜਿਹੜੀ ਇੱਕ ਗੱਲ ਆਉਂਦੀ ਸੀ ਕਿ ਲੱਖੋਵਾਲ ਦੀ ਜਿਹੜੀ ਹੈਗੀ ਜਥੇਬੰਦੀ, ਉਹਨਾਂ ਵੱਲੋਂ ਪਟੀਸ਼ਨ ਪਾਈ ਗਈ ਸੀ। ਉਹ ਪਟੀਸ਼ਨ ਦੇ ਵਿੱਚ ਜਿਹੜਾ ਹੈਗਾ ਮਾਹਿਰਾਂ ਦਾ ਇਹ ਕਹਿਣਾ ਕਿ ਕਿਤੇ ਨਾ ਕਿਤੇ ਉਹ ਪਟੀਸ਼ਨ ਸਰਕਾਰ ਵੱਲੋਂ ਪਵਾਈ ਹੋ ਸਕਦੀ ਆ। ਔਰ ਜੇ ਇੱਕ ਵਾਰੀ ਪਟੀਸ਼ਨ ਰੱਦ ਹੋ ਗਈ ਤਾਂ ਤੁਹਾਡਾ ਕੇਸ ਆਲਰੇਡੀ ਕਮਜ਼ੋਰ ਹੋ ਗਿਆ। ਤੇ ਪਿੱਛੇ ਜਿਹੜੀ ਹੋਈ ਆ ਕਿਸਾਨ ਜਥੇਬੰਦੀਆਂ ਦੀ ਮੀਟਿੰਗ, ਔਰ ਉਸ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸੱਦਿਆ ਵੀ ਨਹੀਂ ਹੈਗਾ, ਮਤਲਬ 30 ਜਥੇਬੰਦੀਆਂ ਦੀ ਮੀਟਿੰਗ ਹੋਈ, 31 ਦੀ ਨਹੀਂ ਹੋਈ। ਬਿਲਕੁਲ ਠੀਕ ਹੈ। ਇਹ ਜਿਹੜੀ ਹੈਗੀ ਆ ਨਾ, ਇਹ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਕਿ ਹੋ ਸਕਦਾ ਹੈ ਕਿ ਸਰਕਾਰ ਇਹਨੂੰ ਕਿਸੇ ਤਰੀਕੇ ਨਾਲ ਤਾੜੋ ਪੀੜੋ ਕਰਨ, ਜਾਂ ਆਪਾਂ ਕਹਿ ਲਈਏ ਕਿ ਯੂ ਟਰਨ, ਕਿਉਂਕਿ ਜੇ ਜਿਹੜਾ ਹੁੱਲੜਬਾਜੀ ਵਾਲਾ ਵਰਡ ਹੈ ਨਾ, ਉਹਨੂੰ ਤੁਸੀਂ ਇੰਨਾ ਜ਼ਿਆਦਾ ਨਾਰਮਲ ਨਹੀਂ ਲੈ ਸਕਦੇ,
ਬਿਲਕੁਲ। ਕਿਉਂਕਿ ਆਉਣ ਵਾਲੇ ਦਿਨਾਂ 'ਚ ਕੋਈ ਇਦਾਂ ਦਾ ਘਟਨਾਕ੍ਰਮ ਵਾਪਰ ਸਕਦਾ ਹੈ ਜਿਸ ਦੇ ਨਾਲ ਇਸ ਸੰਘਰਸ਼ ਨੂੰ ਵੱਡੀ ਢਾਹ ਲੱਗੇ। ਆਲਰੇਡੀ ਸੁਪਰੀਮ ਕੋਰਟ ਇਹ ਗੱਲ ਕਹਿ ਚੁੱਕੀ ਹੈ ਵੀ ਜਿਹੜੇ ਪਬਲਿਕ ਪਲੇਸਿਸ ਹੁੰਦੇ ਨੇ ਉੱਥੇ ਤੁਸੀਂ ਇੰਨਾ ਲੰਬਾ ਸਮਾਂ ਧਰਨੇ ਨਹੀਂ ਲਾ ਸਕਦੇ, ਪੁਲਿਸ ਨੂੰ ਆਜ਼ਾਦ ਕਰ ਦਿੱਤਾ ਗਿਆ। ਮੈਂ ਇੱਕ ਟੀਵੀ ਚੈਨਲ ਦੇ ਉੱਤੇ ਇਹ ਅਪਡੇਟ ਵੀ ਦੇਖ ਰਿਹਾ ਸੀਗਾ। ਸੋ ਦੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ। ਪਰ ਹੁਣ ਜੇ ਮਸਲਾ ਹੁਣ ਕਿਸਾਨੀ ਦੀ ਗੱਲ ਕਰਦੇ ਆ, ਇੱਥੇ ਹੁਣ ਦੀਪ ਸਿੱਧੂ ਵਾਲਾ ਜੇ ਕਹੀਏ ਵੀ ਥੋੜਾ ਜਿਹਾ ਉਹਨਾਂ ਦਾ ਕਹਿ ਲਈਏ ਕਿ ਬਿਆਨ ਜੋ ਆ ਰਹੇ ਨੇ ਜਾਂ ਉਹਨਾਂ ਦੀ ਮਨਸ਼ਾ ਜਿਹੜੀ ਹੈ ਉਹ ਅਲੱਗ ਹੈ, ਕਿਸਾਨਾਂ ਦੀ ਅਲੱਗ ਹੈ। ਕਿਉਂਕਿ ਕਿਸਾਨ ਕਹਿ ਰਹੇ ਨੇ ਐਮਐਸਪੀ ਜਿਹੜੀ ਹੈ ਉਹ ਉਸੇ ਤਰ੍ਹਾਂ ਰੱਖ ਦਿਓ ਜੀ, ਤੇ ਦੀਪ ਸਿੱਧੂ ਕਹਿ ਰਹੇ ਵੀ ਮਸਲਾ ਕੱਲਾ ਐਮਐਸਪੀ ਦਾ ਨਹੀਂ ਹੈ। ਤੁਸੀਂ ਕੀ ਸੋਚਦੇ ਹੋ, ਇਹ ਮਸਲਾ ਐਮਐਸਪੀ ਦਾ ਹੀ ਹੈ ਸਿਰਫ? ਨਹੀਂ, ਇਹਦੇ 'ਚ ਆਪਾਂ ਜੇ ਕਹੀਏ ਨਾ ਕਿ ਮਸਲਾ ਕੱਲਾ ਐਮਐਸਪੀ ਦਾ, ਤੇ ਫਿਰ ਆਪਾਂ ਇੱਥੇ ਆ ਜਾਂਦੇ ਹਾਂ ਕਿ ਜਦੋਂ ਇਹ ਸਾਰਾ ਕੁਝ ਨਹੀਂ ਸੀ, ਆਪਾਂ ਅੱਜ ਤੋਂ 3 ਮਹੀਨੇ ਪਿੱਛੇ ਚੱਲ ਜਾਂਦੇ ਹਾਂ। ਕੀ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਹੱਤਿਆਵਾਂ ਨਹੀਂ ਹੁੰਦੀਆਂ ਸੀ, ਆਤਮ ਹੱਤਿਆ ਨਹੀਂ ਕਰਦੇ ਸੀ, ਕਿਸਾਨ ਖੁਦਕੁਸ਼ੀਆਂ ਕਰਦੇ ਸੀ। ਇਹ ਸਾਰਾ ਕੁਝ ਐਮਐਸਪੀ ਦੇ ਹੁੰਦੇ ਹੋਏ ਵੀ ਹੋ ਰਿਹਾ ਸੀਗਾ। ਚਾਹੀਦਾ ਅਸੀਂ ਹੁਣ ਇਹ ਹੋ ਗਿਆ ਨਾ ਕਿ ਇੱਕ ਸਾਡੇ ਦਿੰਦੇ ਹੁੰਦੇ ਉਦਾਹਰਣ ਦਿੰਦੇ ਹੁੰਦੇ ਆ ਕਿ ਬੱਚਾ ਰੋਂਦਾ ਹੈ ਕਿ ਮੈਨੂੰ ਖਿਡੌਣਾ ਲੈ ਦਿੱਤਾ ਜਾਵੇ, ਮੈਨੂੰ ਖਿਡੌਣਾ ਲੈਤਾ ਜਾਵੇ। ਉਹਨੂੰ ਬੱਚੇ ਨੂੰ ਚੱਕ ਕੇ ਨਾ ਤੁਸੀਂ ਬਾਹਰ ਛੱਤ ਤੇ ਬਿਠਾ ਦਿੰਦੇ ਆ, ਬੱਚਾ ਹੋਰ ਜ਼ਿਆਦਾ ਰੋਣ ਲੱਗ ਪੈਂਦਾ। ਫਿਰ ਉਹਦੀ ਜਿਹੜੀ ਹੈਗੀ ਨਾ ਉਹਦਾ ਮੋਟਿਵ ਚੇਂਜ ਹੋ ਜਾਂਦਾ, ਉਹ ਕਹਿੰਦਾ ਮੈਨੂੰ ਥੱਲੇ ਲਾਓ ਪਹਿਲਾਂ, ਖਿਡੌਣੇ ਵਾਲਾ ਛੱਡ ਦਿਓ ਕੰਮ, ਹੁਣ ਮੈਨੂੰ ਥੱਲੇ ਲਾਓ। ਆ ਜਿਹੜਾ ਕਿਸਾਨਾਂ ਦਾ ਸੰਘਰਸ਼ ਆ ਨਾ ਕੁਛ ਇਦਾਂ ਹੀ ਹੈ। ਜਦ ਕਿ ਸੰਘਰਸ਼ ਜਿਹੜਾ ਹੈਗਾ, ਸੰਘਰਸ਼ ਵੱਡਾ ਲੜਨ ਦੀ ਲੋੜ ਹੈ। ਕਿਸਾਨਾਂ ਦਾ ਇਕੱਲੇ ਐਮਐਸਪੀ ਨਾਲ ਵੀ ਮਸਲਾ ਹੱਲ ਨਹੀਂ ਹੋਵੇਗਾ ਜੇ ਕਿਸਾਨ ਜਥੇਬੰਦੀਆਂ ਇੱਥੇ ਛੋਟਾ ਸਮਝੌਤਾ ਕਰ ਲੈਂਦੀਆਂ ਨੇ, ਕਿਉਂਕਿ ਇਸ ਟਾਈਮ ਵੇਵ ਪੂਰੀ ਬਣੀ ਹੋਈ ਹੈ। ਜਦੋਂ ਆਪਾਂ ਚਿੰਤਕਾਂ ਦੇ ਨਾਲ ਗੱਲ ਕਰਦੇ ਹਾਂ ਜਾਂ ਐਕਸਪਰਟਸ ਦੀ ਸਲਾਹ ਲੈਂਦੇ ਹਾਂ ਤੇ ਉਹ ਕਹਿੰਦੇ ਕਿ ਜੇ ਉਹ ਇੱਥੇ ਛੋਟਾ ਸਮਝੌਤਾ ਕਰ ਲੈਂਦੇ ਨੇ ਤੇ ਕਿਤੇ ਨਾ ਕਿਤੇ ਉਹ ਇਦਾਂ ਹੋ ਗਿਆ ਕਿ ਉਹ ਆਪਣਾ ਵੱਡੇ ਸੰਘਰਸ਼ ਦੇ ਵਿੱਚੋਂ ਇੱਕ ਛੋਟਾ ਜਿਹਾ ਜਿਹੜੀ ਤੁਸੀਂ ਲਾਹਾ ਲੈ ਵੀ ਲੈਂਦੇ ਹੋ ਤੇ ਉਹਦਾ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੋਣਾ। ਮਤਲਬ ਠੀਕ ਹੈ ਤੁਸੀਂ ਇੱਕ ਕੜੀ ਜਿੱਤ ਲੋਗੇ ਪਰ ਜੰਗ ਨਹੀਂ ਜਿੱਤੀ ਜਾਣੀ। ਹੁਣ ਇੱਥੇ ਕਿਸਾਨ ਜਥੇਬੰਦੀਆਂ ਨੇ ਦੇਖਣਾ ਨਾ, ਜਿਹੜਾ ਦੀਪ ਸਿੱਧੂ ਵਾਲਾ ਵੀ ਹੈਗਾ ਨਾ, ਉਹਨਾਂ ਦੀ ਵੀ ਜਿਹੜੀ ਸੋਚ ਹੈ ਉਹ ਇਸੇ ਪਾਸੇ ਨੂੰ ਹੀ ਚੱਲਦੀ ਪਈ ਹੈ। ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਕੱਲੇ ਤੁਸੀਂ ਐਮਐਸਪੀ ਦਾ ਮਸਲਾ ਨਾ ਲੈ ਕੇ ਚੱਲੋ, ਇੱਥੇ ਪੰਜਾਬ ਦੇ ਮਸਲੇ ਦੀ ਗੱਲ ਹੈ। ਤੇ ਇਹਨੂੰ ਜਦੋਂ ਖਾਸ ਕਰਕੇ ਲੋਕ ਸੰਤ ਜਰਨੈਲ ਸਿੰਘ ਨਾਲ ਜਾਂ ਆਨੰਦਪੁਰ ਦੇ ਮਤੇ ਨਾਲ, ਜਿਸ ਨੂੰ ਕਿ ਇਹ ਪ੍ਰਚਾਰਿਆ ਜਾਂਦਾ ਸੀ ਕਿ ਇਹ ਫਿਰਕੂਵਾਦ ਦਾ ਮਤਾ ਹੈਗਾ, ਉਹਦੇ ਨਾਲ ਜਦੋਂ ਆਪਾਂ ਜੋੜ ਕੇ ਦੇਖਦੇ ਹਾਂ ਤੇ ਕਿਤੇ ਨਾ ਕਿਤੇ ਇਹ ਗੱਲ ਆਉਂਦੀ ਹੈ। ਹੁਣ ਬਾਰ-ਬਾਰ ਸੋਸ਼ਲ ਮੀਡੀਆ ਤੇ ਵੀ ਇਦਾਂ ਦੀ ਟ੍ਰੈਂਡਿੰਗ ਹੋਣ ਲੱਗੀ ਕਿ ਜੇ ਉਦੋਂ ਸੰਤ ਜਰਨੈਲ ਸਿੰਘ ਦਾ ਸਾਥ ਦਿੱਤਾ ਹੁੰਦਾ ਕਿਸਾਨਾਂ ਨੇ ਤੇ ਅੱਜ ਇਹ ਨਹੀਂ ਸੀ ਆਉਣਾ। ਆਪਾਂ ਇਹ ਨਹੀਂ ਕਹਿੰਦੇ ਕਿ ਨਹੀਂ ਦਿੱਤਾ, ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਦਿੱਤਾ, ਉਹਨਾਂ ਦੇ ਦਿਲਾਂ 'ਚ ਨੇ ਸੰਤ ਜਰਨੈਲ ਸਿੰਘ ਤੇ, ਪਰ ਕਿਤੇ ਨਾ ਕਿਤੇ ਜੇ ਵੱਡੇ ਪੱਧਰ ਤੇ ਉਦੋਂ ਦਿੱਤਾ ਹੁੰਦਾ ਅੱਜ ਕਿਸਾਨੀ ਦੀ ਇਹ ਹਾਲਤ ਨਹੀਂ ਸੀ ਹੋਣੀ। ਬਿਲਕੁਲ। ਹੁਣ ਚੀਜ਼ ਤੁਹਾਡੀ ਹੈ, ਤੁਸੀਂ ਡਿਸਾਈਡ ਕਰਨਾ ਨਾ ਕਿ ਤੁਸੀਂ ਕਿੰਨੇ ਦੀ ਵੇਚਣੀ। ਜਦੋਂ ਅਸੀਂ ਕਿਸੇ ਦੇ ਉੱਤੇ ਡਿਪੈਂਡ ਰਵਾਂਗੇ, ਜਦੋਂ ਅਸੀਂ ਸੈਂਟਰ ਦੇ ਉੱਤੇ ਡਿਪੈਂਡ ਰਵਾਂਗੇ ਤੇ ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਚਿੰਨ੍ਹ ਹੈ। ਇਹ ਸੰਘਰਸ਼ ਨੂੰ ਛੋਟੇ ਲੈਵਲ ਤੇ ਕਰਕੇ ਨਹੀਂ ਦੇਖਣਾ ਚਾਹੀਦਾ, ਇਹਨੂੰ ਵੱਡੇ ਸਿਨਾਰੀਓ 'ਚ ਦੇਖਣਾ ਚਾਹੀਦਾ। ਔਰ ਦੀਪ ਸਿੱਧੂ ਦਾ ਵੀ ਜਿਹੜਾ ਹੈਗਾ ਨਾ ਉਹ ਇਸੇ ਹੀ ਲਹਿਜੇ ਦੇ ਵਿੱਚੋਂ ਆ ਰਿਹਾ। ਵਾਕਿਆ ਜੀ ਬਿਲਕੁਲ, ਪੰਜਾਬ ਦਾ ਮਸਲਾ ਸਿਰਫ ਐਮਐਸਪੀ ਨਹੀਂ ਹੈ, ਇਹ ਕਿਸਾਨਾਂ ਨੂੰ ਵੀ ਸਮਝਣਾ ਚਾਹੀਦਾ। ਜੇਕਰ ਅੱਜ ਪੂਰਾ ਪੰਜਾਬ ਤੁਹਾਡੇ ਨਾਲ ਖਲੋਤਾ ਹੋਇਆ ਤੇ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਵੀ ਪੰਜਾਬ ਦੇ ਮਸਲਿਆਂ ਦੇ ਉੱਤੇ ਖੜਨਾ ਪੈਣਾ। ਜੇਕਰ ਪੰਜਾਬੀ ਕਿਸਾਨਾਂ ਦਾ ਸਾਥ ਦੇ ਰਹੇ ਤਾਂ ਕਿਸਾਨਾਂ ਨੂੰ ਵੀ ਅੱਜ ਪੰਜਾਬੀਆਂ ਦਾ ਸਾਥ ਜਿਹੜਾ ਹੈ ਉਹ ਦੇਣਾ ਚਾਹੀਦਾ। ਔਰ ਇਹਦੇ ਵਿੱਚ ਨਾ ਮਸਲੇ ਦੇ ਹੱਲ ਨੂੰ ਲੈ ਕੇ ਜਿਹੜਾ ਹੈਗਾ ਥੋੜੀਆਂ ਬਹੁਤੀਆਂ ਐਕਟੀਵਿਟੀਜ਼ ਹੋਣੀਆਂ ਵੀ ਸ਼ੁਰੂ ਹੋਈਆਂ। ਖਾਸ ਕਰਕੇ ਗੁਰਦਾਸਪੁਰ ਦਾ ਪਿੰਡ ਹੈਗਾ ਭੋਲੇ ਕੇ, ਉੱਥੋਂ ਦੀ ਪੰਚਾਇਤ ਵੱਲੋਂ ਜਿਹੜਾ ਹੈਗਾ ਨਾ ਗ੍ਰਾਮ ਸਭਾ ਬੁਲਾ ਕੇ ਉਹਨਾਂ ਨੇ ਇਹ ਮਤੇ ਨੂੰ ਜਿਹੜਾ ਹੈ ਰੱਦ ਕਰਨ ਦੀ ਹੈਗੀ ਆ, ਉਹਨਾਂ ਨੇ ਆਪਣੀ ਸ਼ੁਰੂਆਤ ਉਹਨਾਂ ਨੇ ਕੀਤੀ ਹੋਈ। ਉਸ ਤੋਂ ਪਹਿਲਾਂ 30 ਸਤੰਬਰ ਨੂੰ ਜਿਹੜਾ ਹੈਗਾ ਸੰਗਰੂਰ ਦੇ ਪਿੰਡ 'ਚ ਵੀ, ਕਿਉਂਕਿ ਭਗਵੰਤ ਮਾਨ ਹੋਣਾ ਨੇ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ। ਹੁਣ ਇੱਥੇ ਮਸਲਾ ਇਹ ਹੋ ਰਿਹਾ ਕਿ ਸਰਕਾਰ ਕਿਤੇ ਨਾ ਕਿਤੇ ਪਤਾ ਨਹੀਂ ਇਹ ਹੁਣ ਇਮਾਨਦਾਰੀ ਨਾਲ ਚਾਹੁੰਦੀ ਹੈ ਜਾਂ ਨਹੀਂ। ਜੇ ਇਮਾਨਦਾਰੀ ਨਾਲ ਚਾਹੁੰਦੀ ਹੋਵੇ ਉਹ ਕਿਉਂ ਨਹੀਂ ਜਾਗਰੂਕ ਕਰਦੀ ਲੋਕਾਂ ਨੂੰ ਕਿ ਤੁਸੀਂ ਆ ਗ੍ਰਾਮ ਸਭਾ 'ਚ ਜਾਓ, ਆਪਣਾ ਤੁਸੀਂ ਆ ਜਿਹੜਾ ਮਤਾ ਪਾਸ ਕਰੋ ਕਿ ਅਸੀਂ ਇਹਨੂੰ ਰਿਜੈਕਟ ਕਰਦੇ ਹਾਂ। ਔਰ ਸਪੈਸ਼ਲ ਪੰਜਾਬ ਪੰਚਾਇਤੀ ਰਾਜ ਐਕਟ ਹੈਗਾ 1994 ਦਾ ਜਿਹੜਾ ਹੈਗਾ, ਉਹਦੇ ਰਾਹੀਂ ਜਿਹੜਾ ਹੈਗਾ ਇਹਨੂੰ ਕਿਤੇ ਨਾ ਕਿਤੇ ਵੀਟੋ ਕੀਤਾ ਜਾ ਸਕਦਾ, ਇਹਨੂੰ ਕਿਤੇ ਨਾ ਕਿਤੇ ਰੋਕਿਆ ਜਾ ਸਕਦਾ। ਪਰ ਉਹ ਹੋਣਾ ਹੈਗਾ ਗ੍ਰਾਮ ਸਭਾ ਦੇ ਥਰੂ, ਮਤਲਬ ਪੰਚਾਇਤਾਂ ਦੇ ਥਰੂ ਹੋਣਾ। ਪੰਚਾਇਤਾਂ ਹੁਣ ਇਹਦੀਆਂ ਜਾਗਰੂਕ ਹੀ ਨਹੀਂ ਹੈਗੀਆਂ। ਜੇ 13,000 ਪੰਚਾਇਤਾਂ ਜਾਂ ਕਰ ਲੈਂਦੀਆਂ ਇਦਾਂ ਦਾ ਫੈਸਲਾ ਲੈ ਲੈਂਦੀਆਂ ਤੇ ਕਿਤੇ ਨਾ ਕਿਤੇ ਇਸ ਐਕਟ ਨੂੰ ਰੋਕਿਆ ਜਾ ਸਕਦਾ। ਪਰ ਗੱਲ ਉੱਥੇ ਆ ਜਾਂਦੀ ਹੈ ਕਿ ਇਹਦੇ ਚੋਂ ਅਸੀਂ ਇਮਾਨਦਾਰੀ ਨਾਲ ਇਸ ਮਸਲੇ ਨੂੰ ਉਸ ਤਰੀਕੇ ਨਾਲ ਹੱਲ ਕਰਨਾ ਹੈ ਜਾਂ ਫਿਰ ਇਸ ਤੋਂ ਅਸੀਂ ਆਪਾਂ ਕਹ ਲਈਏ ਕਿ ਵੋਟਾਂ ਦੇ ਵਿੱਚ ਯੂਜ਼ ਕਰਨਾ ਜੀ ਅਸੀਂ ਕਿਸਾਨਾਂ ਦੇ ਨਾਲ ਖੜੇ ਹੈ। ਗੱਲ ਉੱਥੇ ਮੁੱਕਦੀ ਹੈ ਕਿਤੇ ਨਾ ਕਿਤੇ ਆ ਕੇ ਨਾ, ਤੇ ਉਹਦੇ 'ਚ ਸੋਚਣਾ ਪਵੇਗਾ, ਇਹਦੇ ਲਈ ਲੋਕਾਂ ਨੂੰ ਆਪ ਜਾਗਰੂਕ ਹੋਣਾ ਪਵੇਗਾ। ਬਿਲਕੁਲ। ਅਖੀਰ ਜਾ ਕੇ ਜੇ ਆਪਾਂ ਟੀਵੀ ਚੈਨਲਸ ਦੀ ਵੀ ਗੱਲ ਕਰਕੇ ਹਟੇ ਆ, ਇਹਨਾਂ ਦੀ ਵੀ ਗੱਲ ਕਰਕੇ ਸਰਕਾਰਾਂ ਕਿਹੜੀਆਂ ਬਣਦੀਆਂ ਨੇ, ਹਰ ਇੱਕ ਮਸਲੇ ਦੇ ਉੱਤੇ ਆ ਜਾ ਕੇ ਇਹੀ ਗੱਲ ਨਿਕਲਦੀ ਹੈ ਵੀ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਤੇ ਗੱਲ ਫੇਰ ਬਣਨੀ ਹੈ।